अस्सलाम वालेकुम दोस्तों, तुसी देख रहे हो बंजारे चैनल। ਤੇ ਮੈਂ ਤਾਹਰ ਜੱਟ ਪੱਲੂ ਜੱਟ ਮੇਰੇ ਨਾਲ ਹੈ। ਦੋਸਤੋ ਅੱਜ ਦੇਖ ਸਕਦੇ ਤੁਸੀਂ, ਤੁਹਾਨੂੰ ਦਿਖਾਈਏ ਨਜ਼ਾਰਾ। ਲੋਕੀ ਕਣਕਾਂ ਚੁੱਕ ਰਹੇ ਨੇ, ਵੱਢ ਰਹੇ ਨੇ, ਹਜ਼ਾਰ ਰਿੰਦੀ ਵੱਢਣ ਵਾਲੀ। ਤੁਹਾਨੂੰ ਪਤਾ ਜਿਵੇਂ ਮੌਸਮ ਬੜਾ ਖਰਾਬ ਹੋ ਗਿਆ ਸੀ, ਤੇ ਮੌਸਮ ਖਰਾਬ ਹੋਣ ਦੀ ਵਜ੍ਹਾ ਤੋਂ ਇਹ ਹਜੇ ਲੇਟ ਹੋ ਗਿਆ, ਅੱਜ ਯਕਮ ਮਈ ਹੋ ਗਈ। ਤੇ ਇਹ ਜਿਹੜਾ ਨਾ ਲੱਗਦਾ ਇਹਨਾਂ ਦੇ ਆਂਡੇ ਨੇ ਇੱਥੇ, ਇਹ ਤਾਂ ਇhtਜਾਜ ਕਰ ਰਹੀਆਂ ਟਟਿਓਲੀਆਂ। और नहीं नहीं ਤੁਹਾਡੇ ਆਂਡਿਆਂ ਨੂੰ ਨਹੀਂ ਕੁਛ ਕਹਿੰਦੇ ਅਸੀਂ। ਤੇ ਅਸੀਂ ਅੱਜ ਆਏ ਹਾਂ ਬੜੀ ਦੇਰ ਬਾਅਦ, ਅੱਜ ਚੱਕਰ ਲਾਇਆ ਇੱਧਰ। ਤੇ ਤੁਹਾਨੂੰ ਪਤਾ ਹੀ ਹੈ ਜਿਵੇਂ ਅੱਜ ਕੱਲ੍ਹ ਕਿਸਾਨਾਂ ਦੇ ਹਾਲਾਤ ਨੇ, ਲੋਕ ਪਰੇਸ਼ਾਨ ਨੇ, ਕਿਸਾਨ ਖਾਸ ਕਰ ਕਿ ਰੇਟ ਨਹੀਂ ਹੈਗਾ ਕਣਕ ਦਾ ਨਾ, ਬਹੁਤ ਘੱਟ ਰੇਟ ਲੱਗ ਰਿਹਾ। ਤੇ ਜੇ ਲੱਗ ਵੀ ਰਿਹਾ ਤੇ ਅਵਲ ਤੇ ਉਹ ਵੇਚਣ ਨਹੀਂ ਹਜੇ ਦੇ, ਜਾਂ ਵੇਚਦੇ ਨੇ ਤੇ ਉਹ ਫਿਰ ਬਹੁਤ ਘੱਟ ਰੇਟ ਤੇ ਵੇਚਦੇ ਨੇ। ਤੇ ਇਸ ਵਜ੍ਹਾ ਤੋਂ ਕਿਸਾਨ ਬੜੇ ਪਰੇਸ਼ਾਨ ਨੇ। ਤੇ ਸਾਡੇ ਮੁਲਕ ਦੇ ਵਿੱਚ ਥੋੜ੍ਹੀ ਜਿਹੀ ਹਾਲਾਤ ਵੀ ਇਸ ਤਰ੍ਹਾਂ ਦੇ ਨੇ ਕਿ ਅੱਧੇ ਲੋਕ ਜਿਹੜੇ ਨੇ ਕਿਸਾਨਾਂ ਦੇ ਨਾਲ ਨੇ ਤੇ ਅੱਧੇ ਜਿਹੜੇ ਨੇ ਦੂਸਰੀ ਸਾਈਡ ਦੇ ਨੇ। ਤੇ ਸਾਡਾ ਇਹ ਅਲਮੀਆ ਰਿਹਾ ਹਮੇਸ਼ਾ ਤੋਂ, ਇਹ ਅਲਮੀਆ ਰਿਹਾ ਕਿ ਅਸੀਂ ਦੋ ਇੰਤਹਾਵਾਂ ਤੇ ਜੀਂਦੇ ਹਾਂ। ਇੱਕ ਇੰਤਹਾ ਬਿਲਕੁਲ ਰਾਈਟ ਸਾਈਡ ਤੇ, ਦੂਸਰੀ ਇੰਤਹਾ ਬਿਲਕੁਲ ਲੈਫਟ ਸਾਈਡ ਤੇ, ਯਾਨੀ ਕਿ ਇੱਧਰ ਲੈਫਟ ਇੱਧਰ ਰਾਈਟ। ਇੰਤਹਾ ਤੇ ਜੀਣਾ ਹੁੰਦਾ। ਇੰਤਹਾ ਤੇ ਸਾਡੇ ਫੈਸਲੇ ਜਿਹੜੇ ਨੇ ਦੋ ਇੰਤਹਾਵਾਂ ਤੇ ਹੁੰਦੇ ਨੇ। ਜਿਵੇਂ ਕਿ ਆ ਕਿਸਾਨ ਨੇ, ਇਹਨਾਂ ਦੇ ਨਾਲ ਜਿਹੜੇ ਲੋਕ ਨੇ ਅਟੈਚ ਨੇ, ਉਹ ਕਹਿੰਦੇ, ਬਾਕੀ ਸਾਰਿਆਂ ਨੂੰ ਗਲਤ ਕਹਿੰਦੇ। ਉਹ ਕਹਿੰਦੇ ਨਹੀਂ ਕਿਸਾਨਾਂ ਦੇ ਨਾਲ ਜਿੰਨੀ ਜ਼ਿਆਦਤੀ ਹੋ ਰਹੀ ਹੈ ਉਹ ਕਿਸੇ ਨਾਲ ਵੀ ਜਿਹੜੀ ਨਾ ਹੋ ਨਹੀਂ ਰਹੀ। ਲੇਕਿਨ ਦੂਸਰੇ ਲੋਕਾਂ ਦੀ ਅਗਰ ਦੇਖੀਏ ਤਾਂ ਕਿਸਾਨ ਜਿਹੜੇ ਨੇ, ਸਾਰੇ ਕਿਸਾਨ ਨਹੀਂ, ਕੁਛ ਕਿਸਾਨ ਵਿੱਚ ਕਣਕ ਜਿਹੜੀ ਹੈ ਉਹਦੇ ਵਿੱਚੋਂ ਤੁਸੀਂ ਲਓਗੇ ਨਾ, ਤੁਸੀਂ ਕਣਕ ਜਾ ਕੇ ਲਓਗੇ, ਉਹ ਵਪਾਰੀਆਂ ਨੂੰ ਵੀ ਜਾਂ ਕਿਸੇ ਨੂੰ, ਕੋਈ ਕਣਕਾਂ ਐਡੀਆਂ ਗੰਦੀਆਂ ਹੁੰਦੀਆਂ, ਸਫਾਈ ਨਹੀਂ ਹੁੰਦੀ, ਮਿੱਟੀ ਵਿੱਚ ਬਹੁਤ ਜ਼ਿਆਦਾ, ਖੁਦ ਪਾਲ ਦਿੰਦੇ ਨੇ ਕਈ, ਲੇਕਿਨ ਕੁਛ ਹੁੰਦੇ ਨੇ। ਤੇ ਯਾਨੀ ਕਿ ਅਸੀਂ ਦੋ ਇੰਤਹਾਵਾਂ ਤੇ ਇਸ ਤਰ੍ਹਾਂ ਜੀ ਰਹੇ ਹਾਂ ਕਿ ਜਦੋਂ ਅਸੀਂ ਕੋਈ ਫੈਸਲਾ ਕਰਨਾ ਨਾ, ਅਸੀਂ ਇੱਕ ਸਾਈਡ ਲੈਣੀ ਹੈ ਤੇ ਦੂਸਰੇ ਦੇ ਬਿਲਕੁਲ ਖਿਲਾਫ ਹੋ ਜਾਂਦੇ ਆ। ਜਦੋਂ ਦੂਸਰੇ ਦੀ ਸਾਈਡ ਲੈਣੀ ਹੈ ਤੇ ਫਿਰ ਇੱਕ ਦੇ ਬਿਲਕੁਲ ਖਿਲਾਫ ਹੋ ਜਾਂਦੇ ਆ। ਤੇ ਅਸੀਂ ਦਰਮਿਆਨੀ ਰਾਸਤਾ ਨਹੀਂ ਇਖਤਿਆਰ ਕਰਦੇ। ਕੋਈ ਇਹ ਨਹੀਂ ਸੋਚਦੇ ਕਿ ਯਾਰ ਕੁਛ ਗਲਤੀ ਉੱਧਰ ਹੋਏਗੀ, ਕੁਛ ਇੱਧਰ ਹੋਏਗੀ। ਜਿਵੇਂ ਕਿ ਪਿੱਛੇ ਤੁਸੀਂ ਦੇਖਿਆ ਹੋਣਾ ਕਿ ਉਹ ਹਲਵਾ ਵਾਲਾ ਕਮੀਜ਼ ਪਾਇਆ ਸੀ ਲੜਕੀ ਨੇ, ਤੇ ਉਹ ਬੜਾ ਇਸ਼ੂ, ਲਾਹੌਰ ਦੇ ਵਿੱਚ ਬੜਾ ਇਸ਼ੂ ਬਣਿਆ। ਕੁਛ ਲੋਕ ਜਿਹੜੇ ਸੀ ਨਾ ਉਦੋਂ ਹਲਵੇ ਵਾਲਿਆਂ ਨੂੰ ਸਪੋਰਟ ਕਰਦੇ ਸੀ, ਜਿਵੇਂ ਲੜਕੀ ਨੂੰ ਸਪੋਰਟ ਕਰਦੇ ਸੀ। ਉਸ ਤੋਂ ਪਹਿਲੇ ਕਾਫੀ ਸਾਰੇ ਲੋਕ ਇਕੱਠੇ ਹੋ ਗਏ। ਤੁਸੀਂ ਦੇਖਿਆ ਹੋਣਾ ਕਿ ਲੜਕੀ ਨੂੰ ਨਾ ਪਹਿਲੇ ਥੋੜਾ ਜਿਹਾ ਡਰਾਇਆ ਧਮਕਾਇਆ ਗਿਆ ਸੀ ਕਿ ਉਹਨੇ ਉਹ ਅਰਬੀ ਲਿਖੀ ਹੋਈ ਸੀ ਲਿਬਾਸ ਪਹਿਨ ਲਿਆ। ਤੇ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਉਹਨਾਂ ਦੇ, ਸਾਡੇ ਸੋਸ਼ਲ ਮੀਡੀਆ ਤੇ ਕਾਫੀ ਸਾਰੇ ਤੁਸੀਂ ਦੇਖੋਗੇ ਨਾ, ਉਹਨਾਂ ਦੇ ਹੱਕ ਦੇ ਵਿੱਚ ਬੋਲਣ ਲੱਗ ਪਏ ਕਿ ਲੜਕੀ ਨੇ ਗਲਤ ਕੀਤਾ ਸੀ। ਉਸ ਤੋਂ ਥੋੜ੍ਹੀ ਦੇਰ ਬਾਅਦ ਫਿਰ ਪੁਲਿਸ ਆ ਗਈ, ਜਾਂ ਉਹਨਾਂ ਨੇ ਜਦੋਂ ਸਾਬਤ ਕਰਤਾ, ਜਾਂ ਉਲਮਾ ਕਰਾਮ ਨੇ, ਜਾਂ ਜਿੰਨਾ ਵੀ, ਕਿ ਗਲਤ ਹਲਵਾ ਲਿਖਿਆ ਔਰ ਕੋਈ ਆਇਤ ਵਗੈਰਾ ਨਹੀਂ ਲਿਖੀ। ਤੇ ਬਹੁਤ ਸਾਰੇ ਲੋਕ ਜਿਹੜੇ ਨੇ ਸਾਡੇ ਐਸੇ ਹੋ ਗਏ ਵਿੱਚੋਂ ਉੱਠ ਕੇ ਉਹਨਾਂ ਦੇ ਖਿਲਾਫ ਹੋ ਗਏ, ਮੌਲਵੀਆਂ ਦੇ ਖਿਲਾਫ ਹੋ ਜੇ ਕਿ ਇਹਨਾਂ ਨੂੰ ਹਰ ਚੀਜ਼ ਹਲਵਾ ਨਜ਼ਰ ਆਉਂਦੀ ਹੈ, ਜਿੱਥੇ ਹਲਵਾ ਲਿਖਿਆ ਉਹ ਵੀ ਅਰਬੀ ਨਜ਼ਰ ਆਉਂਦੀ ਹੈ। ਤੇ ਅਸੀਂ ਦੋ ਇੰਤਹਾਵਾਂ ਤੇ ਜੀਣ ਦੇ, ਅਸੀਂ ਇਹ ਨਹੀਂ ਦਰਮਿਆਨੀ, ਜਾਂ ਤੇ ਲੋਕ ਬਿਲਕੁਲ ਇੱਕ ਸਾਈਡ ਤੇ ਨੇ ਜਾਂ ਬਿਲਕੁਲ ਦੂਸਰੀ ਸਾਈਡ ਤੇ ਨੇ। ਦਰਮਿਆਨੀ ਰਾਸਤਾ ਹੁੰਦਾ ਜਿਹਦੇ ਵਿੱਚ ਜ਼ਿੰਦਗੀ ਗੁਜ਼ਰਦੀ ਹੈ, ਇੱਕ ਅੱਛੇ ਤਰੀਕੇ ਨਾਲ ਗੁਜ਼ਰ ਸਕਦੀ। ਲੇਕਿਨ ਸਾਡੇ ਲੋਕਾਂ ਦਾ ਇਹ ਸਭ ਤੋਂ ਵੱਡਾ ਇਹ ਰਿਹਾ ਹੈ ਕਿ ਅਸੀਂ ਦਰਮਿਆਨੀ ਰਾਸਤਾ ਨਹੀਂ ਇਖਤਿਆਰ ਕਰਦੇ। ਅਸੀਂ ਜਾਂ ਤਾਂ ਬਿਲਕੁਲ ਹੀ ਦੂਸਰੀ ਸਾਈਡ ਤੇ ਖੜੇ ਹੋ ਜਾਂਦੇ ਹਾਂ ਜਾਂ ਬਿਲਕੁਲ ਲੈਫਟ ਸਾਈਡ ਤੇ ਚਲੇ ਜਾਂਦੇ ਹਾਂ। ਤੇ ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਜ਼ਿੰਦਗੀ ਦੇ ਵਿੱਚ, ਮੁਆਸ਼ਰੇ ਦੇ ਵਿੱਚ, ਮੁਆਸ਼ਰਾ ਬਣ ਕੇ ਚੱਲਦਾ ਨਾ ਲੋਕਾਂ ਦੇ, ਤੇ ਉਦੋਂ ਐਕਸੈਪਟੇਬਲ ਨਹੀਂ ਹੁੰਦੀਆਂ। ਇਹਨਾਂ ਨੈਣਾਂ ਨੂੰ ਹੁਣ ਆਦਤ ਪੈ ਗਈ ਏ ਤੇਰੇ ਨਾਲ। ਹੁਣ ਇਸ ਤਰ੍ਹਾਂ ਹੀ ਹੈ ਕਿ ਅਸੀਂ, ਜਿਵੇਂ ਕੁਛ ਲੋਕ ਨੇ ਉਹ ਮਿਊਜ਼ਿਕ ਨੂੰ ਪਸੰਦ ਕਰਦੇ ਨੇ, ਤੇ ਕੁਛ ਲੋਕ ਨੇ ਜਿਹੜਾ ਮਿਊਜ਼ਿਕ ਨੂੰ ਹਰਾਮ ਵੀ ਕਹਿੰਦੇ ਨੇ, ਤੇ ਹਰਾਮ ਪਸੰਦ ਕਰਨ ਵਾਲੇ ਵੀ ਕਹਿੰਦੇ ਨੇ। ਇਹ ਨਹੀਂ ਕਿ ਉਹ ਪਸੰਦ ਕਰਨ ਵਾਲੇ ਜਿਹੜੇ ਨਹੀਂ ਹਰਾਮ ਕਹਿੰਦੇ, ਹਰਾਮ ਕਹਿੰਦੇ, ਲੇਕਿਨ ਸੁਣ ਲੈਂਦੇ ਨੇ। ਕਿਉਂਕਿ ਬਹੁਤ ਸਾਰੇ ਪਾਕਿਸਤਾਨ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਅਸੀਂ ਮੁਸਲਮਾਨ ਗਲਤੀਆਂ ਕਰਦੇ ਹਾਂ, ਜਾਂ ਤੁਸੀਂ ਕਹਿ ਲਓ ਕਿ ਗੁਨਾਹ ਜਿਹੜੇ ਨੇ ਅਸੀਂ ਉਹ ਕਰਦੇ ਰਹਿੰਦੇ ਹਾਂ, ਤੇ ਬੇਝਿਜਕ ਹੋ ਕੇ ਕਰਦੇ ਹਾਂ। ਇਸ ਤਰ੍ਹਾਂ ਜਿਹੜੇ ਮਿਊਜ਼ਿਕ ਨੂੰ ਹਰਾਮ ਕਹਿੰਦੇ ਤੇ ਉਹ ਬਿਲਕੁਲ, ਉਹ ਦੂਸਰਿਆਂ ਨੂੰ ਬਿਲਕੁਲ ਜਹੰਨਮੀ ਬਣਾ ਦਿੰਦੇ। ਤੇ ਮਿਊਜ਼ਿਕ ਸੁਣਨ ਨਾਲ ਵੈਸੇ ਹੀ ਜਹੰਨਮੀ। ਤੇ ਜਿਹੜੇ ਉਹ ਬਹੁਤ ਚੱਲਣ ਡਿਆ। ਚਲੋ ਚੱਲਦੇ ਆ ਉੱਥੇ, ਉਹ ਤੁਹਾਨੂੰ ਬੋਰ ਤੇ ਵੀ ਲੈ ਕੇ ਜਾਂਦੇ ਆ। ਮਤਲਬ ਇਹ ਵੇ ਕਿ ਜਦੋਂ ਵੀ ਤੁਸੀਂ ਜ਼ਿੰਦਗੀ ਗੁਜ਼ਾਰਦੀ ਹੈ ਨਾ ਆਪਣੀ, ਅਗਲੇ ਦੀ ਰਿਸਪੈਕਟ ਵੀ ਜ਼ਰੂਰੀ ਹੈ। ਭਾਜੀ ਉਹ ਹਲਵਾ ਜਿਹੜਾ ਤੁਸੀਂ ਆਂਦੇ ਲਿਖਿਆ,
ਤੇ ਉਹ ਲਿਖਿਆ ਤੇ ਅਰਬੀ ਸੀ ਨਾ ਉੱਤੇ। ਯਾਰ ਅਰਬੀ ਕਈਆਂ ਦੇ ਨਾ ਜਿਵੇਂ ਕਹਿੰਦੇ ਆ, ਅਰਬੀ ਕਈਆਂ ਨੇ ਢੱਕਣਾ ਤੇ ਵਾਸ਼ਰੂਮ ਤੇ ਵੀ ਉਹਨਾਂ ਨੇ ਹਰ ਚੀਜ਼ ਹੀ ਲਿਖਣੀ। ਜੇ ਵਾਸ਼ਰੂਮ ਲਿਖਣਾ ਤੇ ਉਹ ਅਰਬੀ 'ਚ ਨਹੀਂ ਲਿਖ ਸਕਦੇ। ਅਗਰ ਥੱਲੇ ਕੋਈ ਜ਼ਮੀਨ ਤੇ ਕੋਈ ਚੀਜ਼ ਲਿਖੀ ਹੈ, ਜਿਵੇਂ ਅਸੀਂ ਅਕਸਰ ਸੜਕਾਂ ਤੇ ਵੇਖਿਆ ਕਿ ਲਿਖਿਆ ਹੁੰਦਾ ਕਿ ਇੱਧਰ ਨੂੰ ਰਸਤਾ ਜਾਂ ਇੱਧਰ ਨੂੰ ਸਟਾਪ, ਉਹ ਅਰਬੀ 'ਚ ਅਸੀਂ ਸਟਾਪ ਰੁਕਣਾ ਨਹੀਂ ਲਿਖ ਸਕਦੇ। ਕੁਝ ਚੀਜ਼ਾਂ ਹੁੰਦੀਆਂ ਇਹਨੂੰ ਨਹੀਂ ਸਾਨੂੰ ਨਾ ਐਕਸੈਪਟ ਕਰਨੀਆਂ ਚਾਹੀਦੀਆਂ ਐਜ਼ ਅ ਮੁਸਲਿਮ, ਕਿ ਹਰ ਚੀਜ਼ ਅਰਬੀ 'ਚ ਲਿਖੀ ਜਿਹੜੀ ਉਹ ਕੁਰਾਨ ਪਾਕ ਨਹੀਂ ਹੈਗੀ। ਜਾਂ ਠੀਕ ਹੈ ਉਹ ਅਰਬੀ 'ਚ ਨਹੀਂ ਲਿਖੀ ਹੈ ਨਾ, ਅਰਬੀ ਜਦੋਂ ਸਾਨੂੰ ਅਰਬੀ ਦੀ ਕਦਰ ਕਰਨੀ ਚਾਹੀਦੀ। ਅਰਬੀ ਜ਼ੁਬਾਨ ਸਾਡੇ ਕੁਰਾਨ ਪਾਕ ਦੀ ਜ਼ੁਬਾਨ ਹੈ। ਲੇਕਿਨ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਕਿ ਅਸੀਂ ਜਿਹੜੀਆਂ ਨਾ ਨਹੀਂ ਕਰ ਸਕਦੇ। ਯਾਰ ਬਸ ਵੈਸੇ ਦੋਸਤ ਕੁੜੀ ਨੂੰ ਮੈਂ ਵੇਖਿਆ ਉਹਨੇ ਪਾਇਆ, ਹੋਰ ਕਿਸੇ ਨੂੰ ਮੈਂ ਵੇਖਿਆ ਨਹੀਂ। ਉਹਨੇ ਵੀ ਗਲਤੀ ਕੀਤੀ ਨਾ। ਉਹਨੂੰ ਇਸ ਮੁਆਸ਼ਰੇ 'ਚ ਜਾਂ ਜਿਵੇਂ ਜਿੰਨੀ ਕੁ ਅਸੀਂ ਪੜ੍ਹੇ ਲਿਖੇ ਹੈਗੇ ਆ, ਜਾਂ ਜਿੰਨੇ ਕੁ ਅਸੀਂ ਇਸ ਚੀਜ਼ ਨੂੰ ਸਮਝਦੇ ਹਾਂ, ਜਾਂ ਜੇ ਇਸ ਚੀਜ਼ ਜਿੰਨਾ ਕੁ ਅਸੀਂ ਪੜ੍ਹੇ ਲਿਖੇ ਆ, ਜਿੰਨਾ ਕੁ ਅਸੀਂ ਇਸ ਚੀਜ਼ ਨੂੰ ਸਮਝਦੇ ਆ ਨਾ, ਤੇ ਸਾਨੂੰ ਨਹੀਂ ਪਤਾ ਯਾਰ ਅਰਬੀ ਅਸੀਂ ਵੇਖਣਾ ਨਾ। ਅਸੀਂ ਪਹਿਲੇ ਜੋ ਵੀ ਚੀਜ਼ ਸਾਡੇ ਤੱਕ ਪਹੁੰਚਣੀ ਨਾ, ਅਸੀਂ ਅਗਰ ਕਿਸੇ ਨੇ ਉਹਨੂੰ ਅੱਛਾ ਕਰਕੇ ਬਿਆਨ ਕਰਤਾ ਨਾ, ਅਸੀਂ ਉਹਦੇ ਨਾਲ ਹੋ ਜਾਣਾ। ਜੇ ਕਿਸੇ ਨੇ ਬੁਰਾ ਕਰਕੇ ਬਿਆਨ ਕਰਤਾ ਸੋਸ਼ਲ ਮੀਡੀਆ ਤੇ ਅਸੀਂ ਉਧਰ ਨੂੰ ਚੱਲ ਪੈਣਾ। ਤੇ ਉਹ ਲੜਕੀ ਨੂੰ ਵੀ ਚਾਹੀਦਾ ਸੀ ਕਿ ਜਿਹੜਾ ਨਾ ਇਹ ਲਿਬਾਸ ਜੋ ਵੀ ਉਹਨੇ ਪਾਇਆ, ਉਹ ਪਾਕਿਸਤਾਨ ਵਰਗੇ ਜਿੱਥੇ ਸਾਡੇ ਵਰਗੇ ਅਨਪੜ੍ਹ ਜਾਹਲ ਲੋਕ ਰਹਿੰਦੇ ਨੇ, ਉਹਨੂੰ ਪਾ ਕੇ ਆਉਣਾ ਹੀ ਨਹੀਂ ਸੀ ਚਾਹੀਦਾ। ਮਤਲਬ ਬਹੁਤ ਸਾਰੇ ਵਾਕਿਆਤ ਨਾ ਮੈਂ ਇਸ ਤਰ੍ਹਾਂ ਦੇ ਸੁਣੇ ਬਚਪਨ 'ਚ ਕਿ ਫਲਾਣੀ ਫੈਕਟਰੀ ਨੂੰ ਅੱਗ ਲਾਤੀ ਜੀ, ਉਹਨਾਂ ਨੇ ਨਾ ਕੁਰਾਨ ਪਾਕ ਲਿਖ ਦਿੱਤਾ ਸੀ ਉਹਦੇ ਉੱਤੇ, ਕੱਪੜੇ ਦੇ ਉੱਤੇ ਕੁਰਾਨ ਪਾਕ ਲਿਖਤਾ। ਠੀਕ ਹੈ, ਸਾਡੇ ਲੋਕ ਏਡੇ ਨੇ, ਅਸੀਂ ਨਾ ਤਹਿਕੀਕ ਕਰਦੇ ਹਾਂ ਨਾ ਉਸ ਚੀਜ਼ ਤੋਂ ਕੋਈ ਦੇਖਦੇ ਆ ਕਿ ਯਾਰ ਇਹ ਕੀ ਸਾਡੇ ਕਰਨ ਵਾਲਾ ਕੰਮ ਹੈ ਜਾਂ ਨਹੀਂ। ਅਸੀਂ ਸਭ ਤੋਂ ਪਹਿਲੇ ਉਹ ਫੈਕਟਰੀ ਨੂੰ ਸਾੜਦੇ ਹਾਂ, ਬੰਦਿਆਂ ਨੂੰ ਸਾੜਦੇ ਹਾਂ। ਇਸ ਤਰ੍ਹਾਂ ਹੀ ਸਿਆਲਕੋਟ ਦੇ ਵਿੱਚ ਇੱਕ ਵਾਕਿਆ ਹੋਇਆ ਸੀ ਕਿ ਅਸੀਂ ਸਾਡੇ ਮੁਸਲਮਾਨਾਂ ਨੇ ਨਾ ਸ੍ਰੀਲੰਕਨ ਨੂੰ ਯਾਨੀ ਕਿ ਮਾਰ ਦਿੱਤਾ ਸੀ। ਸ੍ਰੀਲੰਕਨ ਸੀ ਇੱਕ, ਉਹਦਾ ਸਿਰਫ ਇਹ ਸੀ ਕਿ ਕੁਝ ਹੋ ਸਕਦਾ ਖਾਮੀਆਂ ਹੋਣ ਉਸ ਤੋਂ ਕਿ ਉਹ ਆਪਣੇ ਜੂਨੀਅਰ ਜਿਹੜੇ ਉਹਨਾਂ ਨਾਲ ਬਦਤਮੀਜ਼ੀ ਕਰਦਾ ਹੋਵੇ ਜਾਂ ਕਿਸੇ ਨੇ ਬਦਲਾ ਲੈਣਾ ਹੋਵੇ। ਤੇ ਉਹਨੇ ਸਿਰਫ ਇਹ ਕੀਤਾ ਸੀ ਕਿ ਅਕਸਰ ਅਸੀਂ ਨਾ ਬੜੇ ਇਸਲਾਮੀ ਬਣਦੇ ਹਾਂ। ਅਸੀਂ ਜਿਹੜੇ ਆਫਿਸਿਸ ਹੁੰਦੇ ਨੇ ਜਾਂ ਸਾਡੀ ਵਰਕ ਪਲੇਸ ਹੁੰਦੀ ਹੈ, ਅਸੀਂ ਉੱਥੇ ਆਇਤਾਂ ਕੱਟ ਕੇ ਲਾ ਦਿੰਦੇ ਹਾਂ। ਅਸੀਂ ਕਦੀ ਇਹ ਨਹੀਂ ਸੋਚਿਆ ਕਿ ਯਾਰ ਇਹ ਐਤ ਲੱਗੀ, ਇਹਦੀ ਬੇਹੁਰਮਤੀ ਹੋ ਰਹੀ ਹੈ, ਜਾਂ ਅੱਗੇ ਕੋਈ ਜੋ ਕਿਤੇ ਪੁਰਾਣੀ ਹੋ ਗਈ ਜਾਂ ਉਹ ਕਾਗਜ਼ ਜਾਂ ਪੇਜ ਲੱਗਾ, ਉਹਨੂੰ ਅਸੀਂ ਲਾ ਕੇ ਥੱਲੇ ਸੁੱਟ ਦੇਣਾ ਤੇ ਉਹ ਪੇਜ ਜਿਹੜਾ ਪੈਰਾਂ 'ਚ ਆਏਗਾ ਜਾਂ ਕੱਚੇ 'ਚ ਜਾਏਗਾ, ਅਸੀਂ ਇਹ ਨਹੀਂ ਸੋਚਦੇ। ਲੇਕਿਨ ਹਾਂ, ਅਗਰ ਸਾਨੂੰ ਕੋਈ ਕਹਿ ਦੇ ਨਾ ਉੱਥੇ ਨਾ ਲਾਓ, ਤੇ ਉਹ ਅਸੀਂ ਉਹਨੂੰ ਅੱਗ ਲਾਉਣ ਤੱਕ ਚਲੇ ਜਾਂਦੇ ਹਾਂ, ਬਲਕਿ ਲਾ ਵੀ ਦਿੰਦੇ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੀ ਉਹ ਸਾੜ ਦਿੱਤਾ ਕੀ ਸੀ ਜੀ, ਉਹਨੇ ਕੋਈ ਇਸ ਤਰ੍ਹਾਂ ਦੀ ਨਾ ਉਹ ਮਨਾ ਕੀਤਾ ਸੀ। ਠੀਕ ਹੈ, ਉਹਦੇ ਪਿੱਛੇ ਹੋਰ ਸ਼ਾਇਦ ਕੋਈ ਹੋਰ ਗੱਲਾਂ ਹੋਣ, ਇੱਕ ਲਹਿਦਾ ਚੀਜ਼। ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਅਸੀਂ ਫਾਲੋ ਕਰਦੇ ਹਾਂ ਸਿਰਫ ਦੂਸਰਿਆਂ ਦੇ ਕਹਿਣ ਦੇ ਉੱਤੇ, ਯਾਨੀ ਕਿ ਜੋ ਸੋਸ਼ਲ ਮੀਡੀਆ ਤੇ ਸਾਨੂੰ ਦਿਖਾ ਦਿੱਤਾ ਜਾਂਦਾ ਜਾਂ ਟੀਵੀ ਤੇ ਦਿਖਾ ਦਿੱਤਾ ਜਾਂਦਾ, ਅਸੀਂ ਉਹਨੂੰ ਵੇਖ ਕੇ ਉਹਨੂੰ ਫਾਲੋ ਕਰਦੇ ਹਾਂ। ਹਾਲਾਂਕਿ ਹੋਣਾ ਇਸ ਤਰ੍ਹਾਂ ਚਾਹੀਦਾ ਕਿ ਅਸੀਂ ਦਰਮਿਆਨੀ ਰਸਤਾ, ਇੱਕ ਸਭ ਤੋਂ ਪਹਿਲੇ ਆਪਣੇ ਥੋੜ੍ਹਾ ਜਿਹਾ ਗੈਰ ਜਜ਼ਬਾਤੀ ਹੋ ਕੇ ਫੈਸਲੇ ਕਰੀਏ, ਤੇ ਇਹਨਾਂ ਜਜ਼ਬਾਤੀ ਹੋ ਕੇ ਕੋਈ ਵੀ ਫੈਸਲਾ ਜਿਹੜਾ ਨਾ ਕਰਿਆ ਕਰੀਏ। ਤੇ ਉਹ ਜਦੋਂ ਵੀ ਅਸੀਂ ਜਜ਼ਬਾਤੀ ਹੋ ਕੇ, ਅਗਰ ਅਸੀਂ ਇਸਲਾਮ ਦੇ ਹਿਸਾਬ ਨਾਲ ਜਜ਼ਬਾਤੀ ਹੋਈਏ ਫਿਰ ਵੀ ਨੁਕਸਾਨਦੇਹ ਮੁਸਲਮਾਨਾਂ ਵਾਸਤੇ, ਕਿ ਜੇ ਅਸੀਂ ਇਸ ਹਿਸਾਬ ਨਾਲ ਦੁਨੀਆਦਾਰੀ ਜਾਂ ਇੱਕ ਜਦੀਦ ਮਾਡਰਨਿਜ਼ਮ ਦੇ ਤਹਿਤ ਅਸੀਂ ਹੁੰਦੇ ਆ ਨਾ, ਫਿਰ ਵੀ ਬੜਾ ਨੁਕਸਾਨਦੇਹ। ਤੇ ਕੋਸ਼ਿਸ਼ ਕਰਨੀ ਚਾਹੀਦੀ ਕਿ ਇੱਕ ਦਰਮਿਆਨੀ ਰਸਤਾ ਇਖਤਿਆਰ ਕੀਤਾ ਜਾਏ। ਦੋ ਇੰਤਹਾਵਾਂ ਤੇ ਨਾ ਜ਼ਿੰਦਗੀ ਗੁਜ਼ਾਰੀਏ, ਜਾਂ ਤੇ ਇੱਕ ਬਿਲਕੁਲ ਠੀਕ ਹੈ ਤੇ ਸਾਡੇ ਕੋਲ ਦਰਮਿਆਨੀ ਰਸਤਾ ਹੈ ਹੀ ਕੋਈ ਨਹੀਂ। ਅਸੀਂ ਅਗਰ ਦਿਹਾਤੀ ਜਾਂ ਗਾँव ਵਾਲੀ ਜ਼ਿੰਦਗੀ ਲੈ ਲਈਏ ਨਾ, ਤੇ ਗਾँव ਤੇ ਦਿਹਾਤ ਵਾਲੇ ਤੁਸੀਂ ਗਾਣੇ ਵੀ ਸੁਣਦੇ ਹੋਣੇ ਹੋ, ਤੁਸੀਂ ਵੈਸੇ ਵੀ ਸੁਣਦੇ ਹੋਣੇ ਹੋ। ਸ਼ਹਿਰੀ ਦਿਹਾਤੀਆਂ ਨੂੰ ਬਹੁਤ ਹੀ ਬੈਕਵਰਡ ਸਮਝਦੇ ਤੇ ਦਿਹਾਤੀ ਸ਼ਹਿਰੀਆਂ ਨੂੰ ਤੇ ਬੜੀ ਵਿਗੜੇ ਹੋਏ ਤੇ ਯਾਨੀ ਕਿ ਨੇਚਰ ਤੋਂ ਦੂਰ ਸਮਝਦੇ। ਹਾਲਾਂਕਿ ਅਗਰ ਦੇਖਿਆ ਜਾਏ ਤੇ ਦੋਵਾਂ ਦੀ ਆਪਣੀ ਆਪਣੀ ਜ਼ਿੰਦਗੀ, ਆਪਣੇ ਆਪਣੇ ਖੁਸ਼ ਅਖਲਾਕ ਵੀ ਹੁੰਦੇ ਆਪਣੇ ਦੋਸਤਾਂ ਨਾਲ, ਯਾਰਾਂ ਨਾਲ। ਲੇਕਿਨ ਮਸਲਾ ਕੀ ਹੈ ਕਿ ਅਸੀਂ ਇੰਤਹਾਵਾਂ ਤੇ ਜੀਣਾ ਪਸੰਦ ਕਰਦੇ ਆ। ਮੈਂ ਸਿਰਫ ਇੱਕ ਮੇਰਾ ਤੁਹਾਡੇ ਦੋਸਤਾਂ ਨੂੰ, ਭਰਾਵਾਂ ਨੂੰ ਇੱਕ ਵੀ ਮਸ਼ਵਰਾ ਕਿ ਅਸੀਂ ਬਹੁਤ ਸਾਰੀਆਂ ਗਲਤੀਆਂ ਮੇਰੇ 'ਚ ਹੀ ਨੇ, ਤੁਹਾਡੇ 'ਚ ਹੀ ਹੋਣਗੀਆਂ। ਸਭ ਤੋਂ ਪਹਿਲੇ ਕਿ ਅਸੀਂ ਉਹਨਾਂ ਗਲਤੀਆਂ ਨੂੰ ਐਕਸੈਪਟ ਕਰੀਏ, ਅਸੀਂ ਆਪਣੇ ਆਪ ਨੂੰ ਪਰਫੈਕਟ ਨਾ ਸਮਝੀਏ। ਠੀਕ ਹੈ, ਤੇ ਦੂਸਰਾ ਉਸ ਤੋਂ ਇਲਾਵਾ ਅਗਰ ਕੋਈ ਗਲਤੀ ਹੋ ਜਾਂਦੀ ਕਿਸੇ ਕੋਲੋਂ, ਤੇ ਉਹਨੂੰ ਆਪਣੇ ਹੱਥ 'ਚ ਕੋਈ ਕਾਨੂੰਨ ਹੱਥ 'ਚ ਲੈਣ ਦੀ ਜ਼ਰੂਰਤ ਨਹੀਂ ਹੈਗੀ। ਕਾਨੂੰਨ ਹੱਥ 'ਚ ਲਾਂਗੇ ਤੇ ਉਹ ਬਾਅਦ 'ਚ ਸਾਡੇ ਵਾਸਤੇ ਬੜਾ ਵੱਡਾ ਪਛਤਾਵਾ ਬਣ ਜਾਂਦਾ। ਤੇ ਉਹੀ ਤੁਸੀਂ ਦੇਖ ਲਓ ਸ੍ਰੀਲੰਕਨ ਨੂੰ ਜਿਨ੍ਹਾਂ ਨੇ ਜਲਾਇਆ ਸੀ, ਜਾਂ ਦੂਸਰੇ ਕੋਈ ਐਸਾ ਤਰ੍ਹਾਂ ਦਾ ਜਜ਼ਬਾਤੀ ਹੋ ਕੇ ਕੋਈ ਕੰਮ ਕਰ ਲੈਂਦਾ ਨਾ ਕਿ ਯਾਰ ਮੁਸਲਮਾਨਾਂ ਨੂੰ ਗਲਤ ਕਿਹਾ, ਜਾਂ ਇਹ ਫੈਸਲਾ ਸੀ
ਇੰਸਟੈਂਟ ਫੈਸਲਾ ਸੁਣਾ ਦਿੰਦੇ ਆ ਤੇ ਉਹ ਫੈਸਲੇ ਦੇ ਵਿੱਚ ਪਤਾ ਕੀ ਹੁੰਦਾ ਫਿਰ ਬੜਾ ਜ਼ਿਆਦਾ ਨੁਕਸਾਨ ਹੁੰਦਾ। ਫਿਰ ਸਾਡੀਆਂ ਫੈਮਲੀਆਂ ਰੁਲ ਜਾਂਦੀਆਂ, ਫਿਰ ਅਸੀਂ ਪਰੇਸ਼ਾਨ ਦੁੱਖ ਤਕਲੀਫਾਂ 'ਚ ਰਹਿੰਦੇ ਹਾਂ। ਫਿਰ ਅਸੀਂ ਉਹ ਜ਼ਿੰਦਗੀ ਗੁਜ਼ਾਰਦੇ ਹਾਂ ਜਿਹੜੀ ਅਸੀਂ ਕਦੀ ਸੋਚੀ ਨਹੀਂ ਹੁੰਦੀ, ਜਾਂ ਜਿਹੜੀ ਗੁਜ਼ਾਰਨਾ ਕੋਈ ਸਾਡੇ 'ਚ ਪਸੰਦ ਨਹੀਂ ਕਰਦਾ। ਅਸੀਂ ਜੇਲ੍ਹਾਂ ਦੇ ਵਿੱਚ ਤੇ ਬਹੁਤ ਸਾਰੀਆਂ ਇਸ ਤਰ੍ਹਾਂ ਜਾਣੀ ਕਿ ਲੋਕਾਂ ਤੋਂ ਫਿਰ ਨਫ਼ਰਤ ਦੀਆਂ ਨਿਗਾਹਾਂ ਬਰਦਾਸ਼ਤ ਕਰਕੇ ਵੀ ਜ਼ਿੰਦਗੀ ਗੁਜ਼ਾਰਦੇ ਆ। ਤੇ ਕੋਸ਼ਿਸ਼ ਕਰਨੀ ਚਾਹੀਦੀ ਕਿ ਇਸ ਤਰ੍ਹਾਂ ਦੀ ਜ਼ਿੰਦਗੀ ਗੁਜ਼ਰੇ ਕਿ ਇੱਕ ਦਰਮਿਆਨਾ ਰਸਤਾ ਇਖਤਿਆਰ ਕਰੀਏ, ਨਾ ਬਹੁਤ ਲੈਫਟ ਸਾਈਡ ਤੇ ਨਾ ਬਹੁਤ ਰਾਈਟ ਸਾਈਡ ਤੇ ਗੁਜ਼ਰੀਏ। ਤੇ ਦੋਸਤੋ, ਅਗਰ ਵੀਡੀਓ ਪਸੰਦ ਆਈ ਹੈ ਤੇ ਲਾਜ਼ਮੀ ਅੱਗੇ ਸ਼ੇਅਰ ਲਾਜ਼ਮੀ ਕਰਿਓ ਜੀ। ਥੈਂਕ ਯੂ ਸੋ ਮਚ। ਆਪਣਾ ਤੇ ਆਪਣੇ ਦੋਸਤਾਂ ਦਾ ਬਹੁਤ ਸਾਰਾ ਖਿਆਲ ਰੱਖਿਓ। ਅੱਲਾਹ ਹਾਫਿਜ਼।